ਸੰਗਰੂਰ ਨਗਰ ਕੌਂਸਲ ਵੱਲੋਂ ਸਫਾਈ ਸੇਵਕਾਂ ਦਾ ਪਿਛਲੇ 10 ਸਾਲਾਂ ਤੋਂ ਪ੍ਰੋਵੀਡੈਂਟ ਫੰਡ ਜਮ੍ਹਾਂ ਨਹੀਂ ਕਰਵਾਇਆ ਗਿਆ, ਜਿਸ ਚੀਜ਼ ਨੂੰ ਲੈ ਕੇ ਸੰਗਰੂਰ ਦੇ ਇੱਕ ਸਮਾਜ ਸੇਵੀ ਜਤਿੰਦਰ ਕਾਲੜਾ ਵੱਲੋਂ ਐਸਸੀ ਕਮਿਸ਼ਨ ਭਾਰਤ ਸਰਕਾਰ ਦਾ ਦਰਵਾਜ਼ਾ ਖੜਕਾਇਆ ਗਿਆ। ਉਹਨਾਂ ਕੋਲ ਇੱਕ ਸ਼ਿਕਾਇਤ ਕੀਤੀ ਗਈ। ਐਸਸੀ ਕਮਿਸ਼ਨ ਭਾਰਤ ਸਰਕਾਰ ਵੱਲੋਂ ਹੁਣ ਨੋਟਿਸ ਲਿੱਤਾ ਗਿਆ, ਜਿਸ ਵਿੱਚ ਉਹਨਾਂ ਨੇ ਸੰਗਰੂਰ ਨਗਰ ਕੌਂਸਲ ਨੂੰ ਨੋਟਿਸ ਜਾਰੀ ਕਰ 15 ਦਿਨ ਦਾ ਸਮਾਂ ਦਿੱਤਾ ਗਿਆ। ਸਾਡੇ ਨਾਲ ਜਤਿੰਦਰ ਕਾਲੜਾ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਸ਼ਿਕਾਇਤ ਦਰਜ ਕਰਾਈ ਸੀ ਤੇ ਕਿੰਨੀ ਅਮਾਊਂਟ ਬਣਦੀ ਹੈ। ਜਤਿੰਦਰ ਜੀ, ਐਸਸੀ ਕਮਿਸ਼ਨ ਭਾਰਤ ਸਰਕਾਰ ਨੂੰ ਸ਼ਿਕਾਇਤ ਦਰਜ ਕਰਾਈ ਸੀ, ਰਿਐਕਟ ਕੀਤਾ, ਕੀ ਕਹਿਣਾ? ਨਗਰ ਕੌਂਸਲ ਸੰਗਰੂਰ ਵੱਲੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਸਫਾਈ ਸੇਵਕ ਜਿਹੜੇ 170 ਦੇ ਲਗਭਗ ਨੇ, ਉਹਨਾਂ ਦਾ ਪਿਛਲੇ 9 ਤੋਂ 10 ਸਾਲ ਦਾ ਪ੍ਰੋਵੀਡੈਂਟ ਫੰਡ ਉਹਨਾਂ ਦੀ ਤਨਖਾਹ ਚੋਂ ਕੱਟ ਲਿਆ ਗਿਆ। ਕਿਸੇ ਦਾ 50,000 ਵਾਲੇ ਦਾ 5,000 ਮਹੀਨਾ, 30,000 ਵਾਲੇ ਦਾ 3,000 ਮਹੀਨਾ, ਉਹਦਾ ਉਨਾ ਹੀ ਸ਼ੇਅਰ ਪੰਜਾਬ ਸਰਕਾਰ ਦਾ ਨਗਰ ਕੌਂਸਲ ਨੇ ਜਮ੍ਹਾਂ ਕਰਾਉਣਾ ਸੀਗਾ। ਉਸ ਦੇ ਉੱਤੇ 8% ਵਿਆਜ ਹੈ, ਤਾਂ ਇੱਕ ਵੱਡੀ ਰਕਮ ਬਣਦੀ ਹੈ। ਪਿਛਲੇ 9-10 ਸਾਲਾਂ ਤੋਂ ਨਗਰ ਕੌਂਸਲ ਨੇ ਪ੍ਰੋਵੀਡੈਂਟ ਫੰਡ ਜਮ੍ਹਾਂ ਨਹੀਂ ਕਰਾਇਆ, ਜਿਹੜਾ ਇੱਕ ਕ੍ਰਾਈਮ ਹੈ। ਇਸ ਦੀ ਸ਼ਿਕਾਇਤ ਅਸੀਂ SDM ਪ੍ਰਸ਼ਾਸਕ ਹੈ ਉਸ ਨੂੰ ਅਸੀਂ ਮੈਮੋਰੰਡਮ ਦਿੱਤਾ ਸੀ, ਡਿਪਟੀ ਕਮਿਸ਼ਨਰ ਸੰਗਰੂਰ ਨੂੰ, ਡਾਇਰੈਕਟਰ ਲੋਕਲ ਗਵਰਨਮੈਂਟ, ਸੈਕਟਰੀ ਲੋਕਲ ਗਵਰਨਮੈਂਟ, ਚੀਫ ਮਿਨਿਸਟਰ ਪੰਜਾਬ ਨੂੰ ਵੀ ਅਸੀਂ ਸ਼ਿਕਾਇਤ ਕੀਤੀ ਕਿ ਇਹ ਜਿਹੜਾ ਇੱਕ ਵੱਡਾ ਘਪਲਾ ਹੋਇਆ ਸੰਗਰੂਰ ਦੇ ਵਿੱਚ, ਇਸ ਤੇ ਕਾਰਵਾਈ ਕੀਤੀ ਜਾਵੇ। ਪਰੰਤੂ ਦੁੱਖ ਹੋਇਆ ਸਾਨੂੰ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ, ਇਹਨਾਂ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ, ਬਲਕਿ ਇਹਨਾਂ ਗਰੀਬਾਂ ਨੂੰ, ਇਹਨਾਂ ਨੂੰ ਲੋੜਵੰਦਾਂ ਨੂੰ, ਜਿਹੜੇ ਗਰੀਬ ਤਬਕਾ ਹੈ, ਸਫਾਈ ਸੇਵਕ ਹੈ, ਇਹਨਾਂ ਦੇ ਹੱਕ ਦੇਣ ਲਈ ਇਹ ਉਦਾਸੀਨ ਰਹੇ। ਇਹਨਾਂ ਨੇ ਹੱਕ ਨਹੀਂ ਦਿੱਤੇ ਇਹਨਾਂ ਦੇ। ਤਾਂ ਅਸੀਂ ਉਸ ਤੋਂ ਬਾਅਦ ਦੇਖਿਆ ਕਿ ਇਹ ਲੋਕ ਗਰੀਬਾਂ ਦੇ ਹੱਕ ਨਹੀਂ ਦੇਣਗੇ, ਇਹ ਸਿਰਫ ਇਹਨਾਂ ਨੇ ਇੱਕ ਵੋਟ ਬੈਂਕ ਬਣਾਇਆ ਹੋਇਆ ਇਹਨਾਂ ਨੂੰ, ਤੇ ਇਹਨਾਂ ਨੂੰ ਹੱਕ ਨਹੀਂ ਦੇਣਗੇ। ਅਸੀਂ ਭਾਰਤ ਸਰਕਾਰ ਦੇ SC ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਸੰਗਰੂਰ ਦੇ ਵਿੱਚ ਇੱਕ ਵੱਡਾ ਘਪਲਾ, ਇੱਕ ਵੱਡਾ ਜਿਹੜਾ ਸਕੈਂਡਲ ਜਿਹੜਾ ਹੈ, ਇਹ ਦਲਿਤ ਭਾਈਚਾਰੇ ਨਾਲ, ਸਫਾਈ ਸੇਵਕਾਂ ਨਾਲ, ਉਹਨਾਂ ਦਾ ਪ੍ਰੋਵੀਡੈਂਟ ਫੰਡ ਤਾਂ ਕੱਟ ਲਿਆ ਗਿਆ ਉਹਨਾਂ ਦੀ ਤਨਖਾਹ ਚੋਂ, ਉਹਨਾਂ ਦਾ ਸਹਿਯੋਗ ਆਪਣਾ ਹਿੱਸਾ ਪਾ ਕੇ ਉਹ ਜਮ੍ਹਾਂ ਨਹੀਂ ਕਰਾਇਆ। ਇਸ ਲੰਮੇ ਸਮੇਂ ਦੇ ਵਿੱਚ ਕਈ ਸਫਾਈ ਸੇਵਕ ਰਿਟਾਇਰ ਹੋ ਗਏ ਨੇ, ਉਹਨਾਂ ਨੂੰ ਹੱਕ ਨਹੀਂ ਮਿਲਿਆ ਉਹਨਾਂ ਦਾ ਪ੍ਰੋਵੀਡੈਂਟ ਫੰਡ ਦਾ। ਕਈਆਂ ਦੀ ਡੈਥ ਹੋ ਗਈ ਹੈ, ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਪ੍ਰੋਵੀਡੈਂਟ ਫੰਡ ਦਾ ਹੱਕ ਨਹੀਂ ਮਿਲਿਆ। ਤਾਂ ਇਹ ਇੱਕ ਬਹੁਤ ਵੱਡੀ ਬੇਇਨਸਾਫੀ ਹੈ। ਤਾਂ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕੀਤੀ ਹੈ। SC ਕਮਿਸ਼ਨ ਨੂੰ ਜਦੋਂ ਲਿਖਿਆ ਤਾਂ SC ਕਮਿਸ਼ਨ ਵੱਲੋਂ ਇਹ ਇੱਕ ਨੋਟਿਸ ਜਿਹੜਾ ਹੈ ਇਹ ਨਗਰ ਕੌਂਸਲ ਨੂੰ ਇਸ਼ੂ ਕੀਤਾ ਗਿਆ। SC ਕਮਿਸ਼ਨ ਵੱਲੋਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਭਾਰਤ ਦੇ ਸੰਵਿਧਾਨ ਦੇ ਆਰਟੀਕਲ 378 ਦੇ 338 ਦੇ ਅਧੀਨ ਜਿਹੜੀਆਂ ਇਹਨਾਂ ਕੋਲ ਪਾਵਰਸ ਨੇ, ਉਸ ਦੇ ਅਧੀਨ ਜਾਰੀ ਕੀਤਾ ਗਿਆ। ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ 15 ਦਿਨ ਦੇ ਵਿੱਚ ਇਸ ਸ਼ਿਕਾਇਤ ਦੇ ਉੱਤੇ ਤੁਸੀਂ 15 ਦਿਨ ਦੇ ਵਿੱਚ ਕਾਰਵਾਈ ਕਰੋ, ਤੇ ਜੇਕਰ ਤੁਸੀਂ ਕਾਰਵਾਈ ਨਹੀਂ ਕਰੋਗੇ ਤਾਂ ਜਿਹੜਾ ਇਹਨਾਂ ਨੇ ਲਿਖਿਆ ਕਿ ਸਾਡੇ ਕੋਲ ਆਰਟੀਕਲ 338 ਦੇ ਅਧੀਨ ਸਿਵਲ ਕੋਰਟ ਦੀਆਂ ਪਾਵਰਾਂ ਨੇ, ਤੁਹਾਨੂੰ ਅਸੀਂ ਦਿੱਲੀ ਸੰਮਨ ਕਰਾਂਗੇ, ਤੁਹਾਨੂੰ ਇੱਥੇ ਪੇਸ਼ ਹੋਣਾ ਪਏਗਾ। ਤੇ ਇਹ ਜਿਹੜਾ ਇੱਕ ਨੋਟਿਸ ਭਾਰਤ ਸਰਕਾਰ ਦੇ SC ਕਮਿਸ਼ਨ ਵੱਲੋਂ ਜਾਰੀ ਕੀਤਾ ਹੈ, ਇਸ ਦੇ ਨਾਲ ਸਾਨੂੰ ਉਮੀਦ ਬਣੀ ਹੈ ਕਿ ਇਹ ਗਰੀਬ ਜਿਹੜੇ ਨੇ, ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ, ਜਿਨ੍ਹਾਂ ਨੂੰ ਇਹ ਹੱਕ ਲੰਮੇ ਸਮੇਂ ਤੋਂ ਇਹ ਲੋਕ ਦੱਬਦੇ ਰਹੇ ਨੇ, ਜਿਨ੍ਹਾਂ ਨੂੰ ਰਾਜਨੀਤਿਕ ਤੌਰ 'ਤੇ ਵੋਟਾਂ ਦੇ ਤੌਰ 'ਤੇ ਇਸਤੇਮਾਲ ਤਾਂ ਕਰ ਲੈਂਦੇ ਨੇ, ਲੇਕਿਨ ਹੱਕ ਦੇਣ ਦੇ ਲਈ ਕੋਈ ਵੀ ਨਹੀਂ ਅੱਗੇ ਆਉਂਦਾ। ਤਾਂ ਅਸੀਂ ਭਾਰਤੀ ਜਨਤਾ ਪਾਰਟੀ ਦਾ, ਮੈਂ ਸਟੇਟ ਦਾ ਕੋਆਰਡੀਨੇਟਰ ਹਾਂ, ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਰਣਦੀਪ ਦਿਓਲ ਜੀ, ਪ੍ਰਦੀਪ ਜੀ ਜਨਰਲ ਸਕੱਤਰ ਨੇ, ਤਾਂ ਅਸੀਂ ਇੱਕ ਅਹਿਦ ਲਿਆ ਕਿ ਅਸੀਂ ਇਸ ਗਰੀਬ ਤਬਕੇ ਦਾ, ਓਪਰੈਸਡ ਤਬਕੇ ਦਾ, ਅਸੀਂ ਇਹਨਾਂ ਦੀ ਲੜਾਈ ਲੜਾਂਗੇ, ਇਹਨਾਂ ਨੂੰ ਹੱਕ ਦਿਵਾਵਾਂਗੇ। ਤਾਂ ਅੱਜ SC ਕਮਿਸ਼ਨ ਵੱਲੋਂ ਜਿਹੜਾ ਨੋਟਿਸ ਜਾਰੀ ਹੋਇਆ, ਇਸ ਨੋਟਿਸ ਤੋਂ ਬਾਅਦ ਉਮੀਦ ਬਣੀ ਹੈ ਕਿ ਇਹਨਾਂ ਨੂੰ ਹੱਕ ਮਿਲਣਗੇ ਇਹਨਾਂ ਦੇ, ਤੇ ਇਹਨਾਂ ਦਾ ਜਿਹੜਾ ਬਕਾਇਆ ਹੈ ਹਰ ਸਵੀਪਰ ਦੇ ਖਾਤੇ ਦੇ ਵਿੱਚ 4-4, 5-5 ਲੱਖ ਰੁਪਇਆ ਆਏਗਾ, ਜਿਸ ਨਾਲ ਇਹਨਾਂ ਦੀ ਵਿੱਤੀ ਹਾਲਤ ਵੀ ਸੁਧਰੇਗੀ ਤੇ ਇਹਨਾਂ ਦਾ ਕਾਨੂੰਨੀ ਹੱਕ ਇਹਨਾਂ ਨੂੰ ਪ੍ਰਾਪਤ ਹੋਏਗਾ। ਕਾਲੜ ਸਾਹਿਬ, ਇੱਕ ਤਾਂ ਹੁੰਦਾ ਕਿ ਆਪਾਂ ਕੱਟੇ ਹੀ ਨਹੀਂ ਫੰਡ, ਪ੍ਰੋਵੀਡੈਂਟ ਫੰਡ ਕੱਟਣ ਤੋਂ ਬਾਵਜੂਦ ਵੀ 10 ਸਾਲ ਜਿਹੜਾ ਉਹਨਾਂ ਦਾ ਪੈਸੇ ਦਾ ਜਿਹੜਾ ਇੰਟਰਸਟ ਖਾਦਾ ਜਾਂ ਪੈਸਾ ਕਹਿ ਲਈਏ ਵੀ ਆਪਾਂ, ਉਹ ਆਪਣੇ ਕੋਲ ਦੱਬ ਕੇ ਰੱਖਿਆ। ਕੀ ਜਿਹੜੇ ਮੌਕੇ ਦੇ MLA ਆਏ ਨੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਜਿਹੜਾ ਇਹਨਾਂ ਦਾ ਪ੍ਰੋਵੀਡੈਂਟ ਫੰਡ ਹੈ ਉਹ ਜਮ੍ਹਾਂ ਨਹੀਂ ਹੋ ਰਿਹਾ, ਜਾਂ ਉਹਨਾਂ ਦੀ ਖੁਦ ਹੀ ਨੀਤ ਦੇ ਵਿੱਚ ਖੋਟ ਸੀਗੀ ਕਿ ਜਿਹੜਾ ਪੈਸਾ ਜਮ੍ਹਾਂ ਨਹੀਂ ਕਰਵਾਇਆ ਗਿਆ? ਇਹੀ ਤਾਂ ਦੁੱਖ ਦੀ ਗੱਲ ਹੈ। ਇਹ ਜਿਹੜੀਆਂ ਨਗਰ ਕੌਂਸਲਾਂ ਨੇ, ਦੇਖਣ ਦੇ ਵਿੱਚ ਲੱਗਦਾ ਵੀ MC ਜਿੱਤ ਗਏ, ਪ੍ਰਧਾਨ ਬਣ ਗਏ, MC ਪ੍ਰਧਾਨ ਚਲਾ ਰਹੇ ਨੇ। ਦੁੱਖ ਦੀ ਗੱਲ ਇਹ ਹੈ ਕਿ ਨਗਰ ਕੌਂਸਲਾਂ ਨੂੰ ਮੌਜੂਦਾ MLA ਹਲਕੇ ਦਾ ਮੰਤਰੀ ਜਿਹੜਾ ਹੈ ਉਹਦੀ ਦਖਲਅੰਦਾਜ਼ੀ ਨਾਲ ਚੱਲਦੀਆਂ ਨੇ। ਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਇਹਨਾਂ ਦੇ ਦਲਿਤ ਭਾਈਚਾਰੇ ਦੀਆਂ, ਸਫਾਈ ਸੇਵਕਾਂ ਦੀਆਂ ਵੋਟਾਂ ਅਸੀਂ ਲਿੱਤੀਆਂ ਨੇ, ਇਹਨਾਂ ਦੇ ਹੱਕਾਂ ਦੀ ਰਾਖੀ ਕਰੀਏ, ਇਹਨਾਂ ਦਾ ਪ੍ਰੋਵੀਡੈਂਟ ਫੰਡ ਜਮ੍ਹਾਂ ਕਰਾਈਏ। ਲੇਕਿਨ ਨਹੀਂ,
ਸੰਗਰੂਰ ਦੇ ਵਿੱਚ ਚਾਹੇ ਪਹਿਲਾਂ ਐਮਐਲਏ ਸੀਗੇ ਪ੍ਰਕਾਸ਼ ਚੰਦ ਗਰਗ ਜੀ, ਚਾਹੇ ਹੁਣ ਵਜਿੰਦਰ ਸਿੰਗਲਾ ਜੀ ਐਮਐਲਏ ਨੇ, 4.5 ਹੋ ਗਏ ਇਹਨਾਂ ਦੀ ਸਰਕਾਰ ਨੂੰ। ਇਸ 4.5 ਸਾਲ ਦੇ ਵਿੱਚ 10 ਕਰੋੜ ਰੁਪਇਆ ਫੰਡ ਜਿਹੜਾ ਹੈ ਨਗਰ ਕੌਂਸਲ ਨੂੰ ਸੇਲ ਆਫ ਪ੍ਰਾਪਰਟੀ ਦਾ ਆਇਆ, ਉਹ ਫੰਡ ਕਿੱਥੇ ਗਿਆ? ਕਿਉਂ ਨਹੀਂ ਇਹਨਾਂ ਦੇ ਖਾਤੇ 'ਚ ਜਮ੍ਹਾਂ ਕਰਾਇਆ ਗਿਆ? ਤਾਂ ਇਹ ਇੱਕ ਲੰਬੀ ਚੌੜੀ ਸਾਜ਼ਿਸ਼ ਹੈ ਕਿ ਗਰੀਬਾਂ ਨੂੰ ਕਿੱਦਾਂ ਦੱਬ ਕੇ ਰੱਖਿਆ ਜਾਵੇ, ਇਹਨਾਂ ਨੂੰ ਜਿਹੜਾ ਓਪਰੈਸਡ ਕਲਾਸ ਹੈ ਉਹਨੂੰ ਹੋਰ ਕਿੱਦਾਂ ਦੱਬਿਆ ਜਾਵੇ, ਇਹਨਾਂ ਦੇ ਹੱਕ ਕਿੱਦਾਂ ਨਾ ਦਿੱਤੇ ਜਾਣ। ਤਾਂ ਇਸ ਸਾਜ਼ਿਸ਼ ਦੇ ਵਿੱਚ ਜਿੱਥੇ ਨਗਰ ਕੌਂਸਲ ਦੇ ਮੁਲਾਜ਼ਮ ਸ਼ਾਮਲ ਨੇ, ਉੱਥੇ ਪੋਲੀਟੀਕਲ ਕਲਾਸ ਜਿਹੜੀ ਹੈ ਉਹ ਵੀ ਸ਼ਾਮਲ ਹੈ। ਤਾਂ ਮੈਂ ਤਾਂ ਮੰਗ ਕਰਾਂਗਾ ਕਿ ਇਹਨਾਂ ਸਭ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਨਹੀਂ ਇਵੇਂ ਹੱਕ ਖੋਲੇ, ਇਹ ਕ੍ਰਾਈਮ ਹੈ, ਇਹ ਕ੍ਰਾਈਮ ਹੈ, ਇਹਦੀ FIR ਹੋਣੀ ਬਣਦੀ ਹੈ, ਇਹਨਾਂ ਦੇ ਖਿਲਾਫ ਪਰਚੇ ਦਰਜ ਹੋ ਕੇ ਕੇਸ ਚੱਲਣੇ ਬਣਦੇ ਨੇ। ਤਾਂ ਇਸ ਕ੍ਰਾਈਮ ਦੀ ਸਜ਼ਾ ਜਿਹੜੀ ਹੈ ਇਹਨਾਂ ਮੁਲਾਜ਼ਮਾਂ ਨੂੰ ਮਿਲੇ, ਤੇ ਇਹ ਜਿਹੜੇ ਵੀਕਰ ਸੈਕਸ਼ਨ ਹੈ, ਜਿਹੜੇ ਸਫਾਈ ਸੇਵਕ ਨੇ, ਇਹਨਾਂ ਨੂੰ ਇਹਨਾਂ ਦਾ ਪ੍ਰੋਵੀਡੈਂਟ ਮਿਲੇ, ਸਰਕਾਰ ਦਾ ਸ਼ੇਅਰ ਮਿਲੇ, ਉਹਦਾ ਵਿਆਜ ਮਿਲੇ। ਤੁਸੀਂ ਦੱਸੋ ਮੈਨੂੰ, ਅੱਜ ਜੇ ਅਸੀਂ 8% ਵਿਆਜ ਦੇ ਉੱਤੇ ਪੈਸੇ ਜਮ੍ਹਾਂ ਕਰਾਉਂਦੇ ਆ ਤਾਂ ਉਹ 6-7 ਸਾਲ ਦੇ ਵਿੱਚ ਡਬਲ ਹੋ ਜਾਂਦੇ ਨੇ ਪੈਸੇ। ਉਹ ਤਾਂ 9 ਕਰੋੜ ਦਾ ਇਹਨਾਂ ਦਾ ਬੇਸਿਕ ਅਮਾਊਂਟ ਹੈ। ਤੁਸੀਂ ਦੱਸੋ ਇਹਨਾਂ ਦੇ ਪੈਸੇ ਕਿੰਨੇ? 14-15 ਕਰੋੜ ਰੁਪਇਆ ਤਾਂ ਵਿਆਜ ਸਮੇਤ ਹੋ ਜਾਏਗਾ ਇਹਨਾਂ ਦਾ। ਤਾਂ ਇਹ ਇੱਕ ਵੱਡੀ ਰਕਮ ਹੈ, ਇੱਕ ਵੱਡਾ ਘਪਲਾ ਹੈ। ਤਾਂ ਅਸੀਂ ਇਹਦੀ ਮੰਗ ਕਰਦੇ ਹਾਂ ਭਾਰਤ ਸਰਕਾਰ ਤੋਂ, ਕਿਉਂਕਿ ਹੁਣ ਇਹ ਮੈਟਰ ਭਾਰਤ ਸਰਕਾਰ ਕੋਲ ਚਲਾ ਗਿਆ ਹੈ। SC ਕਮਿਸ਼ਨ ਦੇਖ ਰਿਹਾ, ਜੋ ਕਿ ਸੰਵਿਧਾਨਕ ਬੋਡੀ ਹੈ। ਉਹ ਸੰਵਿਧਾਨਕ ਬੋਡੀ ਹੈ ਜਿਹੜੀ ਸੰਵਿਧਾਨਕ ਬੋਡੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੋ ਸੰਵਿਧਾਨ ਲਿਖਿਆ ਸੀਗਾ, ਉਸ ਸੰਵਿਧਾਨ ਦੇ ਆਰਟੀਕਲ 338 ਦੇ ਅਧੀਨ ਇਹ ਕਾਰਵਾਈ ਹੋ ਰਹੀ ਹੈ, ਉਸ ਦੀਆਂ ਪਾਵਰਾਂ ਦੇ ਕਾਰਵਾਈ ਹੋ ਰਹੀ ਹੈ। ਮੈਨੂੰ ਲੱਗਦਾ ਹੈ ਕਿ ਜੋ ਡਾਕਟਰ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਸੀਗਾ, ਉਹ ਪਾਵਰਾਂ ਦੇ ਨਾਲ ਇਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ, ਅਸੀਂ ਉਮੀਦ ਕਰਦੇ ਹਾਂ। ਕਾਲੜ ਸਾਹਿਬ, ਵੈਸੇ ਤਾਂ ਸਿੰਗਲਾ ਸਾਹਿਬ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਮੇਰੇ ਹਲਕੇ ਦੇ ਵਿੱਚ ਸਾਰਾ ਕੁਝ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ, ਕਿਸੇ ਤਰ੍ਹਾਂ ਦੀ ਕੋਈ ਵੀ ਕਰਪਸ਼ਨ ਨਹੀਂ ਹੋ ਰਹੀ, ਕੰਮ ਬਹੁਤ ਕਰਾਏ ਜਾ ਰਹੇ ਨੇ। ਕੀ ਉਹਨਾਂ ਨੂੰ, ਸਿੰਗਲਾ ਸਾਹਿਬ ਨੂੰ ਇਹ ਨਹੀਂ ਦਿਖਿਆ ਕਿ ਜਦੋਂ 4.5 ਸਾਲ ਹੋ ਗਏ ਉਹਨਾਂ ਨੂੰ ਵੀ ਆਇਆਂ ਨੂੰ, ਕਿ 4.5 ਸਾਲ ਤੋਂ ਜੋ ਜਿਨ੍ਹਾਂ ਨੂੰ ਇਹਨਾਂ ਨੇ ਕਰੋਨਾ ਯੋਧੇ ਤੱਕ ਐਲਾਨਿਆ ਸੀ, ਕਿ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਅਸੀਂ ਖਾ ਰਹੇ ਹਾਂ ਜਾਂ ਸਾਡਾ ਲੋਕਲ ਪ੍ਰਸ਼ਾਸਨ ਖਾ ਰਿਹਾ ਹੈ, ਵੀ ਉਹਨਾਂ ਦੇ ਜਿਹੜੇ ਬਣਦੇ ਹੱਕ ਨੇ ਉਹਨਾਂ ਨੂੰ ਦਿੱਤੇ ਨਹੀਂ ਜਾ ਰਹੇ, ਕਿ ਉਹਨਾਂ ਨੇ ਵੀ ਇਸ ਚੀਜ਼ ਨੂੰ ਦੇਖੀ ਨੂੰ ਅਣਦੇਖੀ ਕੀਤਾ ਹੋਊਗਾ? ਇਹੀ ਦੁੱਖ ਦੀ ਗੱਲ ਹੈ, ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਇਹਨਾਂ ਨੂੰ ਦਿਖਿਆ ਨਹੀਂ ਵੀ ਇਹਨਾਂ ਦੇ ਹੱਕ ਜਿਹੜੇ ਨੇ ਗਰੀਬ ਤਬਕੇ ਦੇ ਸਫਾਈ ਸੇਵਕਾਂ ਦੇ, ਜਿਨ੍ਹਾਂ ਨੂੰ ਕਰੋਨੇ ਯੋਧੇ ਕਹਿ ਕੇ ਇਹਨਾਂ ਦੇ ਉੱਤੇ ਫੁੱਲ ਬਰਸਾਏ ਗਏ, ਪਿਛਲੇ ਸਾਲ ਇਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਗਏ, ਇਹਨਾਂ ਨੂੰ ਸਨਮਾਨਿਤ ਕੀਤਾ ਗਿਆ, ਤੇ ਉਹਨਾਂ ਕਰੋਨਾ ਯੋਧਿਆਂ ਦਾ ਜਿਹੜਾ ਹੱਕ ਹੈ, ਕਾਨੂੰਨੀ ਹੱਕ ਹੈ, ਉਹ ਤੁਸੀਂ ਦੱਬ ਰਹੇ ਹੋ, ਉਹ ਤੁਸੀਂ ਖੋ ਰਹੇ ਹੋ। ਤਾਂ ਇਹ ਇੱਕ ਬਹੁਤ ਵੱਡੀ, ਮੈਂ ਪਹਿਲਾਂ ਵੀ ਕਿਹਾ ਕਿ ਇਹ ਜਿਹੜੀ ਸਾਜ਼ਿਸ਼ ਹੈ ਗਰੀਬ ਤਬਕੇ ਨੂੰ, ਇਹ ਗਰੀਬ ਤਬਕਾ ਉੱਠ ਨਾ ਸਕੇ, ਇਹ ਸਾਡੀ ਬਰਾਬਰੀ ਨਾ ਕਰ ਸਕੇ, ਇਹ ਪ੍ਰਫੁੱਲਿਤ ਨਾ ਹੋ ਸਕੇ। ਤਾਂ ਜਿਨ੍ਹਾਂ ਲੋਕਾਂ ਨੇ ਇਹ ਸਾਜ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਵਜਿੰਦਰ ਸਿੰਗਲਾ ਜੀ ਨੂੰ, ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਦੀ ਹੈ, ਕਿ ਵਜਿੰਦਰ ਸਿੰਗਲਾ ਜੀ, ਤੁਸੀਂ ਇਸ ਹਲਕੇ ਤੋਂ MLA ਹੋ, ਮੰਤਰੀ ਹੋ, ਪਾਵਰਫੁਲ ਮੰਤਰੀ ਹੋ, ਤਾਂ ਕੀ ਤੁਸੀਂ ਜਿਹੜਾ ਹੈ ਇਹਨਾਂ ਦੇ ਹੱਕ ਨਹੀਂ ਦਿਵਾ ਸਕਦੇ? ਕੀ ਤੁਹਾਡੇ ਹੱਥ ਬੰਨੇ ਹੋਏ ਨੇ? ਕੀ ਤੁਸੀਂ ਇਹਨਾਂ ਲੋਕਾਂ ਦੇ ਤੋਂ ਵੋਟਾਂ ਨਹੀਂ ਲਿੱਤੀਆਂ? ਤੁਹਾਡਾ ਡਿਊਟੀ ਨਹੀਂ ਬਣਦੀ ਕਿ ਇਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ? ਤਾਂ ਮੈਂ ਬੇਨਤੀ ਕਰਾਂਗਾ, ਇਹ 170 ਮੁਲਾਜ਼ਮ ਨੇ, ਇਹਨਾਂ ਦਾ ਜਿਹੜਾ ਪ੍ਰੋਵੀਡੈਂਟ ਫੰਡ ਹੈ, ਇਹ ਭੀਖ ਨਹੀਂ ਮੰਗ ਰਹੇ, ਇਹਨਾਂ ਦਾ ਹੱਕ ਹੈ, ਇਹਨਾਂ ਦਾ ਕਾਨੂੰਨੀ ਹੱਕ ਹੈ, ਇਹਨਾਂ ਨੂੰ ਇਹਨਾਂ ਦਾ ਹੱਕ ਦਿੱਤਾ ਜਾਵੇ। ਮੈਂ ਵਜਿੰਦਰ ਸਿੰਗਲਾ ਜੀ ਨੂੰ ਤੁਹਾਡੇ ਰਾਹੀਂ ਬੇਨਤੀ ਕਰਦਾ। ਕੀ ਲੱਗਦਾ ਕਿ ਜਿਹੜਾ ਹੁਣ ਨੋਟਿਸ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਫੰਡ ਬਣਦਾ ਉਹ ਇਹਨਾਂ ਨੂੰ ਦੇਊਗਾ, ਜਾਂ ਕੇਂਦਰ ਸਰਕਾਰ ਵੱਲੋਂ ਤੁਹਾਨੂੰ ਉਮੀਦ ਹੈ ਕਿ ਕੋਈ ਇਹਨਾਂ ਖਿਲਾਫ ਜਿਹੜੀ ਸਖਤ ਕਾਰਵਾਈ ਹੋਊਗੀ? ਇਹ ਜਿਹੜਾ ਪ੍ਰੋਵੀਡੈਂਟ ਫੰਡ ਹੈ ਇਹਨਾਂ ਨੂੰ ਦੇਣਾ ਪੈਣਾ, ਲੀਗਲ ਲਾਇਬਿਲਿਟੀ ਹੈ ਇਹਨਾਂ ਦੀ, ਕਾਨੂੰਨੀ ਲਾਇਬਿਲਿਟੀ ਹੈ ਇਹਨਾਂ ਨੂੰ, ਕਿਉਂਕਿ ਇਹ ਕਿਸੇ ਛੋਟੀ ਮੋਟੀ ਸੰਸਥਾ ਵੱਲੋਂ ਨਹੀਂ ਹੈ, ਇਹ ਭਾਰਤ ਦੇ ਸੰਵਿਧਾਨ ਦੇ ਅੰਡਰ ਬਣੀ ਹੋਈ ਸੰਸਥਾ ਹੈ। ਤੇ ਇਹਨਾਂ ਨੇ ਕੋਈ ਪੰਜਾਬ ਸਰਕਾਰ ਨੂੰ ਜਾਂ ਇੱਥੇ ਦੇ ਲੋਕਲ ਪ੍ਰਸ਼ਾਸਨ ਨੂੰ ਰਿਪੋਰਟਿੰਗ ਨਹੀਂ ਕਰਨੀ, ਇਹਨਾਂ ਨੇ ਜਿਹੜੀ ਰਿਪੋਰਟ ਪੇਸ਼ ਕਰਨੀ ਹੈ ਭਾਰਤ ਦੇ ਸੰਵਿਧਾਨ ਦੇ ਅਧੀਨ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਰਿਪੋਰਟ ਪੇਸ਼ ਹੁੰਦੀ ਹੈ ਇਹਨਾਂ ਦੀ। ਤਾਂ ਇਹ ਜਿਹੜਾ ਹੈ ਇਨਸਾਫ ਮਿਲੇਗਾ। ਇਸ ਇਨਸਾਫ ਨੂੰ ਦਿਵਾਉਣ ਦੇ ਲਈ ਭਾਰਤੀ ਜਨਤਾ ਪਾਰਟੀ, ਅਸੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਯਤਨ ਕਰ ਰਹੀ ਹੈ। ਅਸੀਂ ਸਾਰੇ ਰਣਦੀਪ ਦਿਓਲ ਜੀ, ਪ੍ਰਦੀਪ ਜੀ, ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਇੱਥੇ ਲੀਡਰ ਬੈਠੇ ਹਾਂ। ਅਸੀਂ ਇਹਨਾਂ ਦੇ ਹੱਕ ਦਿਵਾਉਣ ਦੇ ਲਈ ਚੋਟੀ ਤੱਕ ਜਾਵਾਂਗੇ, ਅਸੀਂ ਪੂਰਾ ਜ਼ੋਰ ਲਗਾਵਾਂਗੇ, ਇਹਨਾਂ ਨੂੰ ਹੱਕ ਦਿਵਾ ਕੇ ਰਹਾਂਗੇ। ਬਿਲਕੁਲ, ਇਹ ਸਨ ਸਾਡੇ ਨਾਲ ਜਤਿੰਦਰ ਕਾਲੜਾ, ਜਿਨ੍ਹਾਂ ਨੇ ਵੱਲੋਂ ਸਫਾਈ ਸੇਵਕਾਂ ਦਾ ਮੁੱਦਾ ਚੱਕਿਆ ਗਿਆ ਤੇ SC ਕਮਿਸ਼ਨ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ SC ਕਮਿਸ਼ਨ ਭਾਰਤ ਸਰਕਾਰ ਵੱਲੋਂ ਵੀ ਨੋਟਿਸ ਲਿੱਤਾ ਗਿਆ ਤੇ 15 ਦਿਨ ਦਾ ਸਮਾਂ ਸੰਗਰੂਰ ਨਗਰ ਕੌਂਸਲ ਨੂੰ ਦਿੱਤਾ ਗਿਆ। ਦੇਖਦੇ ਹਾਂ ਕਿ ਜੋ ਹੁਣ SC ਕਮਿਸ਼ਨ ਭਾਰਤ ਸਰਕਾਰ ਵੱਲੋਂ ਸੰਗਰੂਰ ਨਗਰ ਕੌਂਸਲ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ, ਉਹਦੇ ਵਿੱਚ
ਜੋ ਸੰਗਰੂਰ ਨਗਰ ਕੌਂਸਲ ਹੈ ਉਹਨਾਂ ਦਾ ਪ੍ਰੋਵੀਡੈਂਟ ਫੰਡ ਜਮ੍ਹਾਂ ਕਰਵਾਉਂਦੇ ਨੇ ਜਾਂ ਐਸਸੀ ਕਮਿਸ਼ਨ ਭਾਰਤ ਸਰਕਾਰ ਨੂੰ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਪਏਗੀ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਪ੍ਰਿੰਸ ਦੇ ਨਾਲ ਰਜੇਸ਼ ਕੋਹਲੀ, ਜਗਬਾਣੀ ਟੀਵੀ, ਸੰਗਰੂਰ।